Today we will continue the same topic, pronouns. So your 4 types of pronouns has been left, and today we will complete that 4 types of pronouns. So first of all we will do relative pronoun, its meaning, definition and examples. What are relative pronouns? Relative pronouns points to a noun to show which person, place or thing is being discussed. ਰਿਲੇਟਿਵ ਪ੍ਰੋਨਾਊਨਸ ਉਹ ਪ੍ਰੋਨਾਊਨਸ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਜਿਹੜਾ ਪੁਆਇੰਟ ਆ, ਸਾਰਾ ਫੋਕਸ ਜਿਹੜਾ ਉਹ ਨਾਊਨ 'ਤੇ ਕੀਤਾ ਹੁੰਦਾ ਹੈ, ਨਾਊਨ ਨੂੰ ਦੱਸਿਆ ਹੁੰਦਾ ਆ ਕਿ ਉਹ ਕਿਹੜਾ ਪਰਸਨ ਆ ਜਾਂ ਪਲੇਸ ਆ ਜਾਂ ਥਿੰਗ ਆ ਜਿਹਦੇ ਬਾਰੇ ਸੈਂਟੈਂਸ ਦੇ ਵਿੱਚ ਡਿਸਕਸ ਕੀਤਾ ਜਾ ਰਿਹਾ। ਨਾਊਨ ਦੇ ਬਾਰੇ ਨਾਊਨ ਨੂੰ ਸ਼ੋਅ ਕੀਤਾ ਹੁੰਦਾ ਕਿ ਕਿਹੜਾ ਪਰਸਨ ਆ, ਪਲੇਸ ਆ, ਥਿੰਗ ਆ, ਉਹਦੇ ਬਾਰੇ ਉਹਦੇ ਵਿੱਚ ਡਿਸਕਸ ਕੀਤਾ ਹੁੰਦਾ। that is called relative pronouns. For example, the man who is standing is my brother. ਮੰਨ ਲਓ ਦੋ ਇਨਸਾਨ ਖੜੇ ਨੇ ਸਾਹਮਣੇ, ਹੈ ਨਾ, ਅਤੇ ਇੱਕ ਬੈਠਾ ਹੋਇਆ ਇੱਕ ਖੜਾ ਆ, ਅਤੇ ਹੁਣ ਆਪਾਂ ਦੂਰੋਂ ਦੱਸਣਾ ਆ ਕਿ ਹਾਂ ਉਹ ਇਨਸਾਨ ਜਿਹੜਾ ਆ ਉਹ ਮੇਰੇ ਫਾਦਰ ਨੇ ਜਾਂ ਬ੍ਰਦਰ ਨੇ, ਹੈ ਨਾ। ਆਪਾਂ ਕਿੱਦਾਂ ਦੱਸਾਂਗੇ? ਆਪਾਂ ਕੋਈ ਨਿਸ਼ਾਨੀ ਦੱਸਾਂਗੇ। the man who is standing, ਉਹ ਆਦਮੀ ਜਿਹੜਾ ਖੜਾ ਹੈ, is my brother, ਉਹ ਮੇਰਾ ਬ੍ਰਦਰ ਆ। ਸੋ ਇੱਥੇ ਹੂ ਕੀ ਆ? ਰਿਲੇਟਿਵ ਪ੍ਰੋਨਾਊਨ। ਹੂ ਜਿਹੜਾ ਆ ਉਹ ਆਪਾਂ ਨੂੰ ਰਿਲੇਸ਼ਨ ਦੱਸ ਰਿਹਾ ਕਿ ਹਾਂ ਜਿਹੜਾ ਉਹ ਇਨਸਾਨ ਖੜਾ ਆ ਉਹ ਮੇਰਾ ਬ੍ਰਦਰ ਆ। ਓਕੇ, ਸੋ ਦੇਅਰ ਆਰ ਮੋਰ ਐਗਜ਼ਾਮਪਲਸ ਆਫ ਰਿਲੇਟਿਵ ਪ੍ਰੋਨਾਊਨਸ, ਲਾਈਕ ਦਿਸ ਇਜ਼ ਦ ਮੈਨ ਹੂ ਬ੍ਰੋਕ ਦਾ ਵਿੰਡੋ। ਇਹ ਉਹ ਆਦਮੀ ਆ ਜਿਹਨੇ ਵਿੰਡੋ ਬ੍ਰੋਕ ਕੀਤੀ। ਇਹਦੇ ਵਿੱਚ ਹੂ ਕੀ ਆ? ਰਿਲੇਟਿਵ ਪ੍ਰੋਨਾਊਨ। ਸ਼ੀ ਨਿਊ ਦਾ ਫੈਮਿਲੀ ਹੂਜ਼ ਹਾਊਸ ਵੀ ਬੋਟ। ਅਸੀਂ ਉਸ ਫੈਮਿਲੀ ਨੂੰ ਜਾਣਦੇ ਹਾਂ ਜਿਨ੍ਹਾਂ ਦਾ ਅਸੀਂ ਘਰ ਖਰੀਦਿਆ ਹੋਇਆ। ਤੋ ਇੱਥੇ ਕਿੰਨਾ ਦਾ? ਹੂਜ਼ ਜਿਹੜਾ ਉਹ ਕੀ ਆ ਗਿਆ? ਰਿਲੇਟਿਵ ਪ੍ਰੋਨਾਊਨਸ। ਦੇ ਹੈਵ ਫਾਊਂਡ ਦ ਲੇਡੀ ਹੂਮ ਦੇ ਵਾਂਟ ਟੂ ਇੰਟਰਵਿਊ। ਹੂਮ ਕੀ ਇੱਥੇ? ਰਿਲੇਟਿਵ ਪ੍ਰੋਨਾਊਨ। ਮਾਈ ਪ੍ਰੀਸ਼ੀਅਸ ਬਲੂ ਲੈਂਪ ਵਿਚ ਵਾਜ਼ ਇਨ ਦ ਰੂਮ ਵਾਜ਼ ਬ੍ਰੋਕਨ। ਸੋ ਇੱਥੇ ਵਿੱਚ ਕੀ ਆ ਗਿਆ? ਰਿਲੇਟਿਵ ਪ੍ਰੋਨਾਊਨਸ। ਬੱਚੇ ਨੈਕਸਟ ਇਜ਼ ਡੈਮੋਸਟ੍ਰੇਟਿਵ ਪ੍ਰੋਨਾਊਨਸ। ਇਟਸ ਵੈਰੀ ਈਜ਼ੀ। Demonstrative, the pronoun used to point out the person or things we talk about. ਉਸ ਪਰਸਨ ਬਾਰੇ ਜਾਂ ਉਸ ਚੀਜ਼ ਬਾਰੇ ਜਿਹਦੇ ਬਾਰੇ ਆਪਾਂ ਗੱਲ ਕਰ ਰਹੇ ਹਾਂ ਉਹਦੇ ਬਾਰੇ ਜਿਹੜੇ ਪ੍ਰੋਨਾਊਨਸ ਸਾਨੂੰ ਦੱਸਦੇ ਨੇ ਉਹਨਾਂ ਨੂੰ ਡੈਮੋਸਟ੍ਰੇਟਿਵ ਪ੍ਰੋਨਾਊਨਸ ਕਿਹਾ ਜਾਂਦਾ। ਫੋਰ ਐਗਜ਼ਾਮਪਲ, ਦਿਸ, ਦੈਟ, ਦੀਜ਼, ਦੋਜ਼। ਸੋ ਅਗਰ ਕੋਈ ਚੀਜ਼ ਨੀਅਰ ਹੁੰਦੀ ਆ, ਕੋਲ ਹੁੰਦੀ ਆ ਔਰ ਸਿੰਗੂਲਰ ਹੁੰਦੀ ਆ, ਅਤੇ ਆਪਾਂ ਕੀ ਯੂਜ਼ ਕਰਦੇ ਹਾਂ? ਦਿਸ। ਅਗਰ ਕੋਈ ਚੀਜ਼ ਫਾਰ ਹੁੰਦੀ ਆ, ਦੂਰ ਹੁੰਦੀ ਆ, ਬਟ ਉਹ ਸਿੰਗੂਲਰ ਹੁੰਦੀ ਆ, ਉਹਨੂੰ ਆਪਾਂ ਕੀ ਕਹਿੰਦੇ ਆ? ਦੈਟ। ਅਗਰ ਕੋਈ ਚੀਜ਼ ਸਾਡੇ ਨਜ਼ਦੀਕ ਹੁੰਦੀ ਆ ਬਟ ਉਹ ਪਲੂਰਲ ਹੁੰਦੀ ਆ, ਵੀ ਯੂਜ਼ ਦੀਜ਼। ਔਰ ਅਗਰ ਕੋਈ ਚੀਜ਼ ਸਾਡੇ ਤੋਂ ਦੂਰ ਆ ਬਟ ਉਹ ਪਲੂਰਲ ਦੇ ਵਿੱਚ ਆ, ਇੱਕ ਤੋਂ ਜ਼ਿਆਦਾ ਆ, ਦੈਨ ਵੀ ਯੂਜ਼ ਦੋਜ਼। ਸੋ ਇਨ ਸ਼ੋਰਟ ਕਿ ਜਿਹੜਾ ਦਿਸ ਆ ਸਿੰਗੂਲਰ ਹੋਵੇ ਔਰ ਹੇਅਰ ਹੋਵੇ, ਮੀਨਸ ਇੱਥੇ ਹੋਵੇ। ਸੇਮ ਦੀਜ਼ ਜਿਹੜਾ ਆ ਉਹ ਸਾਡੇ ਕੋਲ ਹੋਵੇ ਔਰ ਪਲੂਰਲ 'ਚ ਹੋਵੇ, ਫਿਰ ਆਪਾਂ ਦੀਜ਼ ਯੂਜ਼ ਕਰਦੇ ਹਾਂ। ਅਗਰ ਸਿੰਗੂਲਰ ਹੋਵੇ ਤਾਂ ਆਪਾਂ ਦਿਸ ਯੂਜ਼ ਕਰਦੇ ਹਾਂ। ਜਿਹੜੀਆਂ ਚੀਜ਼ਾਂ ਸਾਡੇ ਤੋਂ ਦੂਰ ਹੁੰਦੀਆਂ ਨੇ, ਅਗਰ ਉਹ ਸਿੰਗੂਲਰ ਆ ਤਾਂ ਆਪਾਂ ਦੈਟ ਯੂਜ਼ ਕਰਾਂਗੇ, ਅਗਰ ਪਲੂਰਲ 'ਚ ਆ ਤਾਂ ਆਪਾਂ ਦੋਜ਼ ਯੂਜ਼ ਕਰਾਂਗੇ। ਨੈਕਸਟ ਇਜ਼ ਇੰਡੈਫੀਨਿਟ ਪ੍ਰੋਨਾਊਨਸ। ਇੰਡੈਫੀਨਿਟ ਪ੍ਰੋਨਾਊਨਸ which are not known which nouns are used are called indefinite pronoun. Indefinite pronouns ਉਹ pronouns ਹੁੰਦੇ ਨੇ ਜਿਨ੍ਹਾਂ ਤੋਂ ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਕਿਹੜਾ ਨਾਊਨ ਆ, ਕਿਹੜਾ ਪਰਸਨ ਆ। ਮੀਨਸ ਉਹਦੇ ਵਿੱਚ ਕਿਸੇ ਪਰਟੀਕੂਲਰ ਪਰਸਨ, ਪਲੇਸ, ਥਿੰਗ ਦਾ ਨਾਮ ਨਹੀਂ ਹੁੰਦਾ। ਉਹ ਸਿਰਫ ਮਤਲਬ ਜਸਟ ਉਹ ਪ੍ਰੋਨਾਊਨਸ ਹੀ ਇਕੱਲਾ ਯੂਜ਼ ਕੀਤਾ ਹੁੰਦਾ। ਆਪਾਂ ਉਹਦੇ ਵਿੱਚ ਨਾਊਨ ਬਾਰੇ ਕੁਛ ਵੀ ਨਹੀਂ ਜਾਣਦੇ ਹੁੰਦੇ। ਫੋਰ ਐਗਜ਼ਾਮਪਲ, ਐਨੀਬਡੀ, ਐਵਰੀਬਡੀ, ਨੋਬਡੀ, ਐਨੀਵਨ, no one, someone, anything, nothing। ਮੀਨਸ ਇਹਨਾਂ ਵਰਡਸ ਤੋਂ ਆਪਾਂ ਨੂੰ ਐਗਜ਼ੈਕਟ ਕਿਸੇ ਪਰਸਨ ਦਾ, ਕਿਸੇ ਪਲੇਸ ਦਾ, ਕਿਸੇ ਥਿੰਗ ਦਾ ਕੁਛ ਨਹੀਂ ਪਤਾ ਲੱਗਦਾ। ਸੋ ਦੀਜ਼ ਆਰ ਕਾਲਡ ਇੰਡੈਫੀਨਿਟ ਪ੍ਰੋਨਾਊਨਸ। ਫੋਰ ਐਗਜ਼ਾਮਪਲਸ, nobody else offered to go out, there is nothing interesting in the book। ਓਕੇ, ਆਪਾਂ ਨੂੰ ਇਹਦੇ ਵਿੱਚ ਕੋਈ ਪਰਟੀਕੂਲਰ ਚੀਜ਼ ਨਹੀਂ ਦੱਸਿਆ ਹੋਇਆ। ਫੋਰ ਐਗਜ਼ਾਮਪਲ ਮੀਨਸ ਮੰਨ ਲਓ ਕਿ ਅਗਰ ਆਪਾਂ ਹੋ ਸਕਦਾ ਦੇਰ ਇਜ਼, ਜਿਵੇਂ ਸੈਂਟੈਂਸ ਆ, ਦੇਰ ਇਜ਼ ਨਥਿੰਗ ਇੰਟਰਸਟਿੰਗ ਇਨ ਦਾ ਬੁੱਕ। ਹੋ ਸਕਦਾ ਉਹ ਪਿਕਚਰਸ ਬਾਰੇ ਗੱਲ ਕਰ ਰਿਹਾ ਹੋਵੇ, ਹੋ ਸਕਦਾ ਉਹ ਜੋ ਉਹਨੇ ਲਿਖਿਆ ਆ, ਕੋਈ ਪੋਇਟਰੀ ਆ, ਕੋਈ ਐਸੇ ਆ, ਉਹਦੇ ਬਾਰੇ ਗੱਲ ਕੀਤੀ ਹੋਵੇ। ਸੋ ਆਪਾਂ ਨੂੰ ਇਹ ਕੋਈ ਸ਼ੋਰ ਨਹੀਂ ਆ ਕਿ ਇਹ ਜੋ ਵੀ ਬੁੱਕ ਵਿੱਚ ਦਿੱਤਾ ਹੋਇਆ ਉਹ ਕਿਹਦੇ ਬਾਰੇ ਗੱਲ ਕਰ ਰਿਹਾ, ਕਿਹੜੀ ਇੰਟਰਸਟਿੰਗ ਚੀਜ਼ ਬਾਰੇ ਗੱਲ ਕਰ ਰਿਹਾ। ਠੀਕ ਹੈ, ਸੋ ਉਹ ਜਿਹੜੇ ਵਰਡਸ ਆਪਾਂ ਨੂੰ ਨਹੀਂ ਕਲੀਅਰ ਹੁੰਦੇ, ਦੈਟ ਆਰ ਕਾਲਡ ਇੰਡੈਫੀਨਿਟ ਪ੍ਰੋਨਾਊਨਸ। no one believes them। no one ਦੇ ਵਿੱਚ ਬਹੁਤ ਸਾਰੇ ਆ ਸਕਦੇ ਨੇ, ਫਰੈਂਡਸ ਹੋ ਸਕਦੇ ਨੇ, ਰਿਲੇਟਿਵਸ ਹੋ ਸਕਦੇ ਨੇ, ਸਿੰਗਲ ਪਰਸਨ ਵੀ ਹੋ ਸਕਦਾ।
एवरीथिंग वॉज रेडी फॉर द पार्टी, एवरीथिंग मीन सारा कुछ ही, कोई पर्टिकुलर एक पर्टिकुलर चीज़ नहीं है, सारा कुछ ही. वॉज देयर एनी वन यू न्यू एट द स्कूल? वुड यू लाइक समथिंग टू ड्रिंक? Someone knows where she is. Everybody loves Mary. They were staying in somebody's car. I think this is somebody's else. Cool. So ਇੱਥੇ nobody, nothing, no one, everything, anyone, something, someone, everybody, somebody, these all are indefinite pronouns. And in the last, it reciprocal pronouns. Then what are reciprocal pronouns? Are used when two or more subjects are doing the same thing. ਕੋਈ ਵੀ ਦੋ ਜਾਂ ਦੋ ਤੋਂ ਵੱਧ ਚੀਜ਼ਾਂ ਜਾਂ ਪਰਸਨਸ ਇੱਕੋ ਹੀ ਟਾਈਮ 'ਤੇ ਇੱਕੋ ਹੀ ਚੀਜ਼ ਕਰ ਰਹੀਆਂ ਹੋਣ, ਠੀਕ ਹੈ, ਇੱਕੋ ਹੀ ਚੀਜ਼ ਨੂੰ ਐਕਸਪੀਰੀਅੰਸ ਕਰ ਰਹੀਆਂ ਹੋਣ, ਉਹਨਾਂ ਨੂੰ ਆਪਾਂ ਰੈਸੀਪ੍ਰੋਕਲ ਪ੍ਰੋਨਾਊਨਸ ਕਹਿੰਦੇ ਹਾਂ. ਔਰ ਰੈਸੀਪ੍ਰੋਕਲ ਪ੍ਰੋਨਾਊਨਸ ਜਿਹੜੇ ਹੁੰਦੇ ਨੇ ਉਹ ਦੋ ਹੁੰਦੇ ਨੇ, ਸਿਰਫ ਦੋ ਤਰ੍ਹਾਂ ਦੇ ਹੁੰਦੇ ਨੇ. ਫਸਟ ਇਜ਼ ਈਚ ਅਦਰ, ਸੈਕਿੰਡ ਇਜ਼ ਵਨ ਅਨਦਰ. ਫॉर एग्जांपल्स, राज एंड रिंकल हेल्प्ड ईच अदर. राज और रिंकल दोनों ही एक दूसरे की मदद करते हैं, उन्होंने सेम टाइम ते सेम चीज़ कर रहे हैं दोनों, ठीक है. द गैंगस्टर्स फॉर फाइटिंग वन एनदर, एक दूसरे नाल लड़ रहे हैं, दोनों सेम चीज़ कर रहे हैं, ठीक है. सो वो वर्ड्स ਜਿਹੜੇ ਆਪਾਂ ਨੂੰ ਸਬਜੈਕਟਸ ਜਾਂ ਪਰਸਨਸ ਜਾਂ ਥਿੰਗਸ ਜਿਹੜੇ ਨੇ ਉਹਨਾਂ ਦਾ ਐਕਸਪੀਰੀਅੰਸ ਇੱਕੋ ਚੀਜ਼ 'ਤੇ ਕਰ ਰਹੇ ਹੋਣ, ਦੈਟ ਆਰ ਕਾਲਡ reciprocal pronouns. So watch this video carefully, and then I'm sending you exercises, your solved exercises. So you have to solve those exercises on your grammar book. Okay, thank you.